ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਫਾਸਟ ਨਿਊਜ਼ ਔਰ ਅਸੀਂ ਇਸ ਵੇਲੇ ਲੀਚੀ ਦੇ ਬਾਗ ਦੇ ਵਿੱਚ ਆਏ ਹੈਗੇ ਆ। ਪਠਾਨਕੋਟ ਏਰੀਆ ਜਿਹੜਾ ਲੀਚੀ ਜ਼ੋਨ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ, ਕਿਉਂਕਿ ਲੀਚੀ ਦੀ ਪੈਦਾਵਾਰ ਇੱਥੇ ਕਾਫੀ ਹੁੰਦੀ ਹੈ। ਇੱਥੇ ਲੀਚੀ ਦੇ ਕਾਫੀ ਬਾਗ ਨੇ ਔਰ ਲੀਚੀ ਇੱਥੇ ਦੀ ਜਿਹੜੀ ਆ ਉਹ ਐਕਸਪੋਰਟ ਵੀ ਜਿਹੜੀ ਆ ਉਹ ਕੀਤੀ ਜਾਂਦੀ ਹੈ, ਜਿਸ ਦੇ ਚੱਲਦੇ ਅਸੀਂ ਲੀਚੀ ਦੇ ਬਾਗ ਦੇ ਵਿੱਚ ਆਏ ਆ। ਤੁਸੀਂ ਵੇਖ ਸਕਦੇ ਹੋ ਕਿ ਇਹ ਲੀਚੀ ਦਾ ਬਾਗ ਤਕਰੀਬਨ 22 ਕਿੱਲੇ ਦੇ ਵਿੱਚ ਜਿਹੜਾ ਇਹ ਬਣਾਇਆ ਗਿਆ ਹੈਗਾ। ਲੀਚੀ ਲੱਗੀ ਪਈ ਹੈਗੀ ਆ। ਸਰਕਾਰਾਂ ਵੱਲੋਂ ਕਿੰਨਾ ਕੁ ਮਦਦ ਜਿਹੜੀ ਆ ਇਹ ਲੀਚੀ ਦੇ ਬਾਗਬਾਨਾਂ ਨੂੰ ਜਿਹੜੀ ਆ ਉਹ ਕੀਤੀ ਜਾਂਦੀ ਹੈਗੀ ਆ। ਉਹ ਅਸੀਂ ਬਾਗਬਾਨ ਜਿਹੜੇ ਹੈਗੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਹਾਂ ਕਿ ਉਹਨਾਂ ਨੇ ਕੀ ਕਹਿਣਾ ਹੈਗਾ। ਸਰ, ਸਵਾਗਤ ਹੈ ਜੀ ਫਾਸਟ ਨਿਊਜ਼। ਥੈਂਕ ਯੂ ਸਰ, ਕੀ ਕਹਿਣਾ ਹੈਗਾ, ਲੀਚੀ ਦੀ ਪੈਦਾਵਾਰ ਕਿੰਨੀ ਕੁ ਵਧੀਆ ਹੋ ਰਹੀ ਹੈ ਇਸ ਵਾਰੀ? ਲੀਚੀ ਦੀ ਪੈਦਾਵਾਰ ਇਸ ਵਾਰ ਬਹੁਤ ਘੱਟ ਹੈ ਜੀ। ਪਿਛਲੇ ਸਾਲ ਨਾਲੋਂ ਇਸ ਸਾਲ ਬਹੁਤ ਘੱਟ ਹੈ, ਕਿਉਂਕਿ ਜਕਦਮ ਪਹਿਲੋਂ ਮੌਸਮ ਠੰਡਾ ਸੀ, ਉਹਦੇ ਬਾਅਦ ਜਕਦਮ ਗਰਮ ਹੋ ਗਿਆ। ਕਲਾਈਮੇਟ ਚੇਂਜ ਹੋਣ ਨਾਲ ਲੀਚੀ ਜਿਹੜੀ ਉਹ ਕਾਫੀ ਝੜ ਗਈ ਹੈ। 70% ਜਿਹੜੀ ਲੀਚੀ ਆ ਉਹ ਥੱਲੇ ਚਲੇ ਗਈ ਹੈ ਜੀ, ਤੇ ਬਾਕੀ 30% ਰਹਿ ਗਈ ਹੈ। ਤੇ ਜੇ ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈ, ਜੇ ਲਾਈਟ ਇਦਾਂ ਕਰਦੀ ਰਹੀ ਤੇ ਇਹ ਵੀ ਗਿਆ, ਕਿਉਂਕਿ 100 ਰੁਪਈਆ ਲੀਟਰ ਡੀਜ਼ਲ ਕੌਣ ਪ੍ਰੋਵਾਈਡ ਕਰੇਗਾ। ਤੋ ਅਸੀਂ ਗਵਰਨਮੈਂਟ ਅੱਗੇ ਇਹੀ ਕੰਮ ਤੁਹਾਡੇ ਟੀਵੀ ਰਸਤੇ ਇਹੀ ਗੱਲ ਕਹਿਣਾ ਚਾਹੁੰਦੇ ਵੀ ਬੱਤੀ ਤੇ ਦਿਓ, ਲਾਈਟ ਦਿਓ। ਲਾਈਟ ਜਾਂ ਸੋਲਰ ਦਾ ਕੋਈ ਸਾਨੂੰ ਸਬਸਿਡੀ ਦਿੱਤੀ ਜਾਏ ਜਾਂ ਕਿਸ ਤਰ੍ਹਾਂ ਵੀ ਕੀਤਾ ਜਾਏ। ਬਾਕੀ ਇਹ 22 ਕਿੱਲੇ ਦਾ ਪਲਾਟ ਹੈ ਜੀ। ਇੱਕ ਕਿੱਲੇ 'ਚ 35 ਬੂਟੇ ਲੱਗਦੇ ਨੇ, ਤੇ ਪਿਛਲੇ ਵਾਰ ਬੰਪਰ ਫਸਲ ਸੀ, 2-3 ਕੁਆਂਟਲ ਆਉਂਦੀ ਸੀ ਲੀਚੀ। ਬਹੁਤ ਵਧੀਆ ਰਿਹਾ, ਬਹੁਤ ਵਧੀਆ। ਇਸ ਵਾਰੀ ਜੇ ਲੀਚੀ ਘਾਟਾ ਭਾਅ ਤੇਜ਼ ਹੋਏਗਾ ਤੇ ਜ਼ਿਮੀਂਦਾਰ ਦਾ ਵੀ ਤੇ ਵਪਾਰੀ ਦਾ ਵੀ ਕੁਝ ਹੱਲ ਹੋ ਜਾਏਗਾ, ਤੇ ਜੇ ਨਹੀਂ ਤੇ ਫਿਰ ਇਸ ਵਾਰੀ ਦੁਬਾਰਾ ਤੋਂ ਮਾਰ ਚੜਨ ਦੀ ਬਹੁਤ ਹੀ ਅਸਾਰ ਲੱਭ ਰਹੇ ਨੇ ਜੀ। ਸਰਕਾਰ ਤੇ ਦਾਅਵੇ ਕਰ ਰਹੀ ਹੈ ਕਿ ਅਸੀਂ ਬਾਗਬਾਨ ਹੋਣ, ਕਿਸਾਨ ਹੋਣ, ਉਹਨਾਂ ਨੂੰ ਪੈਦਾਵਾਰ ਦੇ ਵਿੱਚ ਵਾਧਾ ਕਰਨ ਵਾਸਤੇ ਮਦਦ ਕਰਦੇ ਪਏ ਹੈਗੇ। ਕਿਹੜੀ ਮਦਦ ਤੁਹਾਡੀ ਹੋ ਰਹੀ ਹੈ? ਮੈਨੂੰ ਤਾਂ ਕੋਈ ਮਦਦ ਨਹੀਂ ਦਿਖ ਰਹੀ, ਕੋਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਦਿਖ ਰਹੀ। ਜਾਂ ਜਿਸ ਤਰ੍ਹਾਂ ਕੋਈ ਬਿਜਲੀ ਬਾਰੇ ਕੋਈ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਪਾਣੀ ਦੀ ਆ, ਬੱਤੀ ਨਹੀਂ ਆਉਂਦੀ। ਬਾਕੀ ਕੋਈ ਦਵਾਈ ਪ੍ਰੋਵਾਈਡ ਨਹੀਂ ਹੋਈ। ਕਹਿ ਰਹੇ ਨੇ ਵੀ ਦਵਾਈਆਂ ਆ ਜਾਣੀਆਂ ਇੱਥੇ ਜਿਹੜਾ ਲੀਚੀ ਜ਼ੋਨ ਬਣਿਆ। ਬਾਕੀ ਜਿਹੜੇ ਇੰਸਟਰੂਮੈਂਟ ਨੇ ਜਾਂ ਇਹਦੇ ਕੋਲ ਕੰਮ ਕਰਦੇ ਕਟਿੰਗ ਵਾਲੀਆਂ ਮਸ਼ੀਨਾਂ ਨੇ, ਗੁਡਾਈ ਵਾਲੀਆਂ ਨੇ, ਉਹ ਡਾਕਟਰ ਜਤਿੰਦਰ ਜੀ ਹੈ ਨਾ, ਤੇ ਮਹਿਕਮਾ ਚੱਲ ਰਿਹਾ ਬਹੁਤ ਵਧੀਆ। ਉਹਦੇ ਕਰਕੇ ਹੀ ਤੇ ਦਵਾਈ ਸਾਨੂੰ ਬਾਹਰੋਂ ਹੀ ਲੈਣੀ ਪੈ ਰਹੀ ਹੈ। ਜੋ ਵਪਾਰੀ ਹੈ ਉਹ ਬਾਹਰੋਂ ਲੈ ਕੇ ਆ ਰਿਹਾ ਦਵਾਈ, ਪੰਜਾਬ ਗੌਰਮੈਂਟ ਕੋਈ ਨਹੀਂ ਦਵਾਈ ਦੇ ਰਹੀ। ਤੇ ਸੈਕੰਡ ਪ੍ਰੋਬਲਮ ਜ਼ਿਆਦਾ ਜਿਹੜੀ ਜ਼ਿਮੀਂਦਾਰ ਨੂੰ ਆਉਂਦੀ ਹੈ, ਇਹਨਾਂ ਨੂੰ ਆਉਂਦੀ ਸਟੋਰੇਜ ਦੀ। ਜੇ ਸਾਨੂੰ ਕਿਤੇ ਸਟੋਰੇਜ ਕਰਨ ਦੀ ਜਗ੍ਹਾ ਮਿਲ ਜੇ, ਕੋਈ 8-8 9-2 ਦਿਨ ਲਈ ਸਟੋਰੇਜ ਕਰਨੀ ਸਟੇਸ਼ਨ ਤੇ ਮਿਲ ਜੇ, ਕਿਤੇ ਵੀ ਮਿਲ ਜੇ ਕੋਲਡ ਸਟੋਰ, ਬਾਅਦ 'ਚ ਲੀਚੀ ਜਾਏ ਉੱਧਰ, ਉਹਦੇ 'ਚ ਸਾਨੂੰ ਬਹੁਤ ਫਾਇਦਾ ਹੋਏਗਾ। ਤੇ ਬਾਕੀ ਕਲਾਈਮੇਟ ਤੇ ਜ਼ਿਆਦਾ ਕਲਾਈਮੇਟ ਤੇ ਉਹਨਾਂ ਦਾ ਫਰਕ ਪੈਂਦਾ ਜ਼ਿਆਦਾ। ਬਾਕੀ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ, ਸਿਰਫ ਬਿਜਲੀ ਦੀ ਪ੍ਰੋਬਲਮ ਆ, ਬਹੁਤ ਜ਼ਿਆਦਾ ਬਿਜਲੀ ਪ੍ਰੋਬਲਮ ਆ। ਤੇ ਜੇ ਇਹ ਹਿਸਾਬ ਰਿਹਾ, ਲੋਕੀ ਬਾਗਬਾਨ ਛੱਡਣ ਨੂੰ ਫਿਰ ਰਹੇ ਨੇ ਵੀ ਅਸੀਂ ਆਪਣਾ ਬਾਗਬਾਨ ਘੱਟ ਕਰ ਦੇਣਾ ਬਾਗ। ਤੇ ਗੌਰਮੈਂਟ ਕਹਿ ਰਹੀ ਹੈ ਚੇਂਜ ਚਾਹੀਦੀ ਹੈ, ਫਸਲ ਭਿੰਨਤਾ ਚਾਹੀਦੀ ਹੈ, ਬਾਗ ਲਗਾਓ। ਬਾਗ ਲਗਾਵਾਂਗੇ ਕਿੱਦਾਂ ਜੇ ਤੁਸੀਂ ਸਾਨੂੰ ਬਿਜਲੀ ਨਹੀਂ ਦਿੱਤੀ? ਤੇ ਬਾਗ ਕਿੱਥੇ ਜਾਣਗੇ? ਇੰਨੇ ਕਿੱਲੇ ਬਾਗ ਆ, ਸਾਰਾ ਬਰਬਾਦ ਹੋ ਜਾਏਗਾ ਪਾਣੀ ਤੋਂ ਬਗੈਰ। ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਸਾਡੇ ਲਾਈਟ ਦੀ ਹੈ ਜੀ, ਤੇ ਹੋਰ ਬਾਕੀ ਕਲਾਈਮੇਟ ਦਾ ਜਿਹੜਾ ਜ਼ਿਆਦਾ ਜੀ। ਸਰ, 1 ਕਿੱਲੇ ਦੇ ਵਿੱਚ ਕਿੰਨੀ ਕੁ ਫਸਲ ਜਿਹੜੀ ਆ ਲੀਚੀ ਦੀ ਹੋ ਜਾਂਦੀ ਹੈ? 1 ਕਿੱਲੇ 'ਚ ਸਰ ਮੈਕਸੀਮਮ 35 ਬੂਟੇ ਲੱਗਦੇ ਜੀ। ਤੇ ਉਹ ਜਦੋਂ ਵੱਡਾ ਹੋਈ ਜਾਂਦਾ ਬੂਟਾ, ਉਹਦੀ ਵਧੀ ਜਾਂਦੀ ਹੈ ਪ੍ਰੋਡਕਸ਼ਨ। ਜਿੰਨਾ ਵੱਡਾ ਬੂਟਾ ਹੋਏਗਾ ਉਨੀ ਪ੍ਰੋਡਕਸ਼ਨ ਵੱਧਦੀ ਜਾਂਦੀ ਹੈ। ਤੇ ਪਿਛਲੇ ਸਾਲ ਤੇ ਕਾਫੀ 2-2 3-3 ਕੁਆਂਟਲ ਵੀ ਇੱਕ ਬੂਟੇ ਤੋਂ ਲੱਥ ਗਿਆ ਜੀ। ਇਸ ਵਾਰੀ ਜਿਹੜਾ ਉਹ ਬਹੁਤ ਘੱਟ ਹੈ, ਐਤੀ ਕੁਆਂਟਲ ਹੀ ਹੈ। ਜੇ ਲੀਚੀ ਘੱਟ ਹੈ, ਭਾਅ ਚੰਗਾ ਲੱਗ ਜਾਏਗਾ ਤੇ ਦੋਨੇ ਹੀ ਵਪਾਰੀ ਵੀ ਤੇ ਮਾਲਕ ਵੀ ਸਹੀ ਰਹਿਣਗੇ। ਜੇ ਭਾਅ ਵੀ ਨਹੀਂ ਰਿਹਾ, ਜਾਂ ਪਿਛਲੀ ਅਫਵਾਹ ਜਿਸ ਤਰ੍ਹਾਂ ਹੋਈ ਸੀ, ਚਮਕੀ ਬੁਖਾਰ ਆ ਗਿਆ ਜੀ, ਇਦਾਂ ਹੋ ਗਿਆ, ਜੇ ਕੋਈ ਇਦਾਂ ਦੀ ਅਫਵਾਹ ਆਈ ਤੇ ਫਿਰ ਦੋਨੋਂ ਖਰਾਬ ਹੋ ਜਾਏਗਾ ਕੰਮ ਜੀ। ਸਰ, ਪਿਛਲੀ ਵਾਰ ਦੀ ਗੱਲ ਕਰੀਏ, ਕੀ ਰੇਟ ਸੀਗਾ ਤੇ ਇਸ ਵਾਰ ਕੀ ਰੇਟ ਜਿਹੜਾ ਤੁਹਾਨੂੰ ਉਮੀਦ ਹੈਗੀ ਕਿ ਮਿਲ ਸਕਦਾ ਹੈਗਾ? ਪਿਛਲੀ ਵਾਰੀ ਰੇਟ ਤੇ ਅੱਛਾ ਰੇਟ ਸੀ, ਦਿੱਲੀ ਵੀ ਠੀਕ ਸੀ, ਪਰ ਦਿੱਲੀ ਜਾਣ ਤੋਂ ਬਿਨਾਂ ਹੀ ਵਪਾਰੀ ਬਾਗਾਂ 'ਚ ਆ ਗਏ ਜੀ। ਬਿਹਾਰ ਤੋਂ ਆ ਗਿਆ, ਗੁਜਰਾਤ ਤੋਂ ਆ ਗਏ, ਕਲਕੱਤੇ ਤੋਂ ਆ ਗਏ, ਇੱਥੋਂ ਵਪਾਰੀ ਬਾਗ 'ਚੋਂ ਹੀ ਅੱਛਾ ਰੇਟ ਮਿਲ ਗਿਆ, ਮੌਕੇ 'ਤੇ ਰੇਟ ਚੰਗਾ ਮਿਲ ਗਿਆ ਜੀ। ਬਹੁਤ ਵਧੀਆ ਬੰਪਰ ਫਸਲੀ ਪਿਛਲੀ ਵਾਰੀ, ਐਵੇਂ ਨਹੀਂ ਕਹੀਏ। ਇਸ ਵਾਰੀ ਸਾਨੂੰ ਆਸ ਹੈ ਵੀ ਇਸ ਵਾਰੀ 100-125 ਦੇ ਕਰੀਬ ਰੇਟ ਹੋਏਗਾ, ਤੇ ਫਿਰ ਸਾਡਾ ਜਿਹੜਾ ਦੋਨਾਂ ਦਾ ਸਰਨਾ, ਜ਼ਿਮੀਂਦਾਰ ਦਾ ਵੀ ਤੇ ਵਪਾਰੀ ਦਾ ਵੀ। ਜੇ ਮੰਡੀਕਰਨ ਦੀ ਗੱਲ ਕਰੀਏ ਤੇ ਤੁਸੀਂ ਜਿਹੜੀ ਲੀਚੀ ਕਿਸ ਤਰ੍ਹਾਂ ਮੰਡੀਕਰਨ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਬਾਜ਼ਾਰ ਦੇ ਵਿੱਚ ਇਹਨੂੰ ਵੇਚਦੇ ਹੈਗੇ ਹੋ? ਮੰਡੀਕਰਨ ਦੀ ਇਦਾਂ ਹੀ ਹੈ ਜੀ, ਅਸੀਂ ਤੇ ਬਾਗ ਜਿਹੜੇ ਰੈਂਟ ਤੇ ਦੇ ਦਿੰਦੇ, ਠੇਕੇਦਾਰ ਆ ਜਾਂਦੇ ਨੇ, ਕੋਈ ਯੂਪੀ ਤੋਂ ਆਉਂਦੇ ਆ, ਦਿੱਲੀ ਤੋਂ ਆਉਂਦੇ ਨੇ। ਇਹ ਫਿਰ ਆਪਣੇ ਹਿਸਾਬ ਨਾਲ ਜਿਨ੍ਹਾਂ ਅੱਗੇ ਕੰਟੈਕਟ ਕੀਤਾ ਹੁੰਦਾ, ਕਿਸੇ ਨੇ ਦਿੱਲੀ ਕੀਤਾ, ਕਿਸੇ ਨੇ ਕਲਕੱਤੇ ਕੀਤਾ ਜਾਂ ਕਿਤੇ ਕੀਤਾ, ਫਿਰ ਇਹ
ਉਹ ਆਪਣੇ ਹਿਸਾਬ ਨਾਲ ਹੀ ਵਪਾਰੀ ਕਰ ਦੇਣਾ। ਅਗਰ ਜੇ ਬਾਗਬਾਨ ਨੂੰ ਗਵਰਨਮੈਂਟ ਕੋਈ ਸਟੋਰੇਜ ਕਰਨ ਲਈ ਜਗ੍ਹਾ ਦੇ ਦੇ, ਥੋੜੀ ਬਹੁਤੀ ਸਬਸਿਡੀ ਦੇ ਦੇ ਕਿਰਾਏ ਦੀ, ਵੀ ਤੁਸੀਂ ਲੀਚੀ ਉੱਥੇ ਲੈ ਸਕਦੇ। ਇੱਕ ਬੋਗੀ ਜਿਹੜੀ ਤੁਹਾਨੂੰ ਇਹ ਪਠਾਨਕੋਟ ਜ਼ੋਨ ਨੂੰ ਦਿੱਤੀ ਜਾਂਦੀ ਹੈ ਇਹ ਲੀਚੀ ਲੈਣ ਲਈ, ਚਾਹੇ ਕਲਕੱਤੇ ਲੈ ਜਾਓ, ਬੰਬੇ ਲੈ ਜਾਓ, ਕਿਤੇ ਵੀ ਲੈ ਜਾਓ, ਜੇ ਉਹ ਪ੍ਰੋਵਾਈਡ ਕਰਾ ਸਕਦੇ ਆ ਤੇ ਫਿਰ ਜਿਹੜਾ ਕਿਸਾਨ ਆ, ਜ਼ਿਮੀਂਦਾਰ ਆ, ਉਹ ਆਪ ਵੀ ਰੱਖ ਸਕਦਾ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ। ਉਹ ਨਾਲ ਵੀ ਜਾਏਗਾ, ਲੀਚੀ ਲੈ ਕੇ ਜਾਏਗਾ ਆਏਗਾ, ਕਿਉਂਕਿ ਇਹਨਾਂ ਦੇ ਸੈੱਲ ਹੁੰਦੇ ਨੇ, ਇਹਦਾ ਘਰ-ਬਾਰ ਉੱਧਰ ਹੀ ਹੁੰਦਾ, ਇਹ ਇਸ ਕਰਕੇ ਲੀਚੀ ਉੱਧਰ ਜ਼ਿਆਦਾ ਲੈ ਜਾਂਦੇ ਨੇ। ਸਰ ਜਿਸ ਤਰ੍ਹਾਂ ਹੁਣ ਲੀਚੀ ਦਾ ਸੀਜ਼ਨ ਹੈਗਾ, ਜੀ ਧੁੱਪ ਵੀ ਜਿਹੜੀ ਕਾਫੀ ਪਿਆਰੀ ਹੈ, ਜਿਸ ਤਰ੍ਹਾਂ ਦੱਸ ਰਹੇ ਕਿ ਨੁਕਸਾਨ ਜਿਹੜਾ ਬਾਗਬਾਨਾਂ ਨੂੰ ਇਸ ਦਾ ਹੋਏਗਾ, ਉਹ ਠੇਕੇਦਾਰਾਂ ਨੂੰ ਨੈਚੁਰਲੀ ਇਸ ਚੀਜ਼ ਦਾ ਹੋਣਾ ਹੈਗਾ, ਹੈ ਨਾ। ਕਿ ਇਸ ਚੀਜ਼ ਦਾ ਫਾਇਦਾ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਵੀ ਕੋਈ ਮਿਲਦਾ ਹੈਗਾ? ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ। ਇਹ ਅੱਜ ਤੱਕ ਨਹੀਂ, ਇਹ ਲੀਚੀ ਜ਼ੋਨ ਹੈ, ਇੰਨੇ ਨੇ ਨੁਕਸਾਨ ਸਹਿਣੇ ਪਏ ਵਪਾਰੀ ਨੂੰ ਤੇ ਬਾਗਬਾਨ ਨੂੰ। ਬਾਕੀ ਫਸਲਾਂ ਦੇਖ ਲਓ, ਜੇ ਗੜੇ ਪੈ ਗਿਆ ਜਾਂ ਕੋਈ ਬਿਮਾਰੀ ਪੈ ਗਈ ਆ, ਕਪਾਹ ਨੂੰ ਸੁੰਡੀ ਪੈ ਗਈ ਆ, ਜਾਂ ਕਿਸੇ ਤਰ੍ਹਾਂ ਅਦਰਵਾਈਜ਼ ਗਵਰਨਮੈਂਟ ਮੁਆਵਜ਼ਾ ਦੇ ਦਿੰਦੀ ਹੈ, 5000 ਕਿੱਲਾ 3000 ਕਿੱਲਾ, ਆਓ ਜੀ ਗਿਰਦਾਵਰੀ ਕਰੋ ਫਲਾਣ। ਲੀਚੀ ਝੜ ਜਾਏਗੀ ਜਾਂ ਕੋਈ ਕਰੋਪੀ ਆ ਜਾਏਗੀ, ਬੁਖਾਰ ਆ ਗਿਆ ਜਿਹੜਾ ਤੁਸੀਂ ਦੱਸੇ ਸੀ ਜੀ, ਚਮਕੀ ਬੁਖਾਰ ਆ ਗਿਆ, ਦੁਨੀਆ ਨੇ ਲੀਚੀ ਸੁੱਟ ਦਿੱਤੀ। ਕੋਈ ਗਵਰਨਮੈਂਟ ਵੱਲੋਂ ਇੱਕ ਅੱਜ ਤੱਕ, ਇੰਨਾ ਚਿਰ ਹੋਇਆ ਸਾਨੂੰ, ਮੇਰੀ 50 ਸਾਲ ਏਜ ਹੋ ਗਈ ਆ, ਅੱਜ ਤੱਕ ਲੀਚੀ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ। ਕੋਈ ਕਿਸ ਤਰ੍ਹਾਂ ਨਹੀਂ, ਭਾਵੇਂ ਤੁਹਾਡੇ ਪੇਡੇ ਉਖੜ ਗਏ ਨਾ। ਪਿੱਛੇ ਜੀ ਜਦੋਂ ਹਨੇਰੀ ਆਈ ਸੀ ਤੇ ਏਡੇ ਏਡੇ ਵੱਡੇ 50-50 ਸਾਲ ਦੇ ਪੇਡੇ ਜਿਹੜੇ 20-25 ਉਖੜ ਗਏ ਸੀ, ਗਵਰਨਮੈਂਟ ਨੇ ਆ ਕੇ ਦੇਖਿਆ ਵੀ ਨਹੀਂ, ਵੀ ਕਿਹਾ ਜ਼ਿਮੀਂਦਾਰ ਨੂੰ ਦਿਲਾਸਾ ਹੀ ਦੇ ਦਿੰਦੇ ਵੀ ਕੋਈ ਗੱਲ ਨਹੀਂ, ਤੁਹਾਨੂੰ ਸਬਸਿਡੀ ਦਿੰਦੇ ਆ, ਨਵੇਂ ਬੂਟੇ ਲਾਓ, ਤੁਹਾਨੂੰ ਸਭ ਕੁਝ ਦਿੰਦੇ ਆ, ਕੋਈ ਗੱਲ ਨਹੀਂ, ਬਾਗ ਤਿਆਰ ਕਰੋ। ਕਿਸੇ ਬੰਨੇ ਆ ਕੇ ਦੇਖਿਆ ਵੀ ਨਹੀਂ। ਜੇ ਕਿਸੇ ਨੇ ਲਿਆਂਦੇ ਆਪਣੇ ਬਾਗ 'ਚ, ਉਹਨਾਂ ਨੂੰ ਲਿਆਂਦਾ ਜਾ ਕੇ, ਉਹ ਡਾਕਟਰ ਸਾਹਿਬ ਆਏ, ਉਹਨਾਂ ਮਾੜਾ ਮੋਟਾ ਦੇਖਿਆ, ਜਤਿੰਦਰ ਜੀ ਨੇ ਉਹਨਾਂ 2-4 ਬੰਦੇ ਮਸ਼ੀਨਾਂ ਭੇਜੀਆਂ, ਕਟਿੰਗ ਕਰਾਈ ਬੂਟਿਆਂ ਦੀ, ਉਹਨਾਂ ਠੀਕ ਕਰਾਇਆ। ਸੈਕੰਡਰੀ ਫਾਈਨਲ ਗੱਲ ਮੁੱਕਦੀ ਇਹ ਹੈ ਵੀ ਅੱਜ ਤੱਕ ਬਾਗਬਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਚਾਹੇ ਪੱਟੇ ਜਾਣ, ਚਾਹੇ ਝੜ ਜਾਣ, ਚਾਹੇ ਚਮਗਾਦੜ ਖਾ ਜੇ, ਇਹਦੇ ਵੱਲੋਂ ਕੋਈ ਗਵਰਨਮੈਂਟ ਵੱਲੋਂ ਨਹੀਂ। ਕੋਈ ਇੰਸ਼ੋਰੈਂਸ ਵਗੈਰਾ ਵੀ ਇਹਦੀ ਹੁੰਦੀ ਹੈ ਜੀ? ਸ਼ਾਇਦ ਕਹਿ ਤੇ ਰਹੇ ਨੇ ਇੰਸ਼ੋਰੈਂਸ ਹੁੰਦੀ ਹੈ, ਪਰ ਅੱਜ ਤੱਕ ਕੋਈ ਆਇਆ ਨਹੀਂ। ਅੱਜ ਤੱਕ ਨਹੀਂ ਕੋਈ ਆਇਆ। ਜਿਸ ਤਰ੍ਹਾਂ ਕੋਈ ਪੇਨ ਲੈ ਕੇ ਆਏ, ਮੈਂ ਕਿਹਾ ਮੇਰਾ ਬੰਦਾ, ਹਾਂਜੀ ਲਓ ਜੀ, ਕਿੰਨੇ ਪੇਡੇ ਲਓ ਜੀ, ਆਪਣੇ ਇੰਸ਼ੋਰੈਂਸ ਕਰਾਓ, ਕੋਈ ਨਹੀਂ ਆਇਆ। ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ? ਸਰਕਾਰ ਨੂੰ ਇਹੀ ਅਪੀਲ ਕਰਨੇ, ਸਰ ਨਾਲੋਂ ਪਹਿਲਾਂ ਤੇ ਜੇ ਤੁਸੀਂ ਬਾਗ, ਸਾਡੇ ਬਾਗ ਲਵਾਏ ਨੇ, ਪੈਲੀਆਂ ਸਾਰੀਆਂ ਇੰਨੀਆਂ ਬੰਨ੍ਹ ਦਿੱਤੀਆਂ ਨੇ, ਤੇ ਉਹਦੇ ਮਗਰ, ਸਾਡੇ ਮਗਰ ਤੇ ਕੋਈ ਆਏ, ਸਾਡੀ ਕੋਈ ਇੰਸ਼ੋਰੈਂਸ ਕਰੇ, ਕੋਈ ਦਿਖੇ, ਕੋਈ ਦਵਾਈਆਂ ਦੇ ਆਣ ਕੇ। ਉਹ ਬਣਾ ਦਿੱਤਾ ਲੀਚੀ ਚੋਂ, ਦਵਾਈ ਕੋਈ ਨਹੀਂ ਹੋ ਰਹੀ, ਦਵਾਈ ਬਾਹਰੋਂ ਹੀ ਆ ਰਹੀ ਹੈ। ਇੰਨੀ ਸਸਤੀ ਦਵਾਈ ਲੈ ਕੇ ਤੇ ਮਹਿੰਗੀ ਕਰ ਰਹੇ ਨੇ, ਵਪਾਰੀਆਂ ਨੂੰ ਦੇ ਰਹੇ ਨੇ, ਇਹ ਵੀ ਵਿਚਾਰੇ ਲੈ ਲੈਂਦੇ ਨੇ ਦਵਾਈ। ਤੇ ਬਾਕੀ ਇਹ ਹੈ ਵੀ ਅਸੀਂ ਇਹੀ ਕਹਿੰਦੇ ਗਵਰਨਮੈਂਟ ਨੂੰ ਵੀ ਬਾਗਾਂ ਦਾ ਖਿਆਲ ਰੱਖੋ, ਉਹਨਾਂ ਦਾ ਸਾਰ ਲਈ ਜਾਏ, ਨਹੀਂ ਤੇ ਬਾਗ ਘੱਟ ਹੋ ਜਾਣਗੇ। ਲੋਕਲ ਦਵਾਈਆਂ ਵਗੈਰਾ ਮਿਲਦੀਆਂ, ਜਿਸ ਤਰ੍ਹਾਂ ਲੀਚੀ ਜ਼ੋਨ ਹੈ, ਇੱਥੇ ਲੀਚੀ ਹੱਬ ਬਣੀ ਪਈ ਹੈਗੀ ਹੈ, ਦਫ਼ਤਰ ਬਣੇ ਪਏ ਨੇ, ਉਹ ਤੋਂ ਕਿਹੜੀ ਮਦਦ ਜਿਹੜੀ ਤੁਹਾਨੂੰ ਮਿਲਦੀ ਪਈ ਹੈ? ਸਿਰਫ ਇੱਕ ਮਦਦ ਮਿਲਦੀ ਉੱਥੇ, ਸਿਰਫ ਜਿਹੜੇ ਉੱਥੇ ਨਾ ਇੰਸਟਰੂਮੈਂਟ ਨੇ ਉਹ ਸਾਰੇ ਅਵੇਲੇਬਲ ਨੇ। ਕਿਆਏ ਆ ਰਹੀ ਹੈ, ਵੱਡੀ ਆ ਰਹੀ ਹੈ, ਟਰੈਕਟਰ ਗੁੱਡਣ ਵਾਲਾ, ਅੱਗੇ ਫਿਰ ਸਪਰੇਅ ਵਾਲੇ ਪੰਪ ਨੇ, ਉਹ ਸਾਰਾ ਕੁਝ ਮਿਲ ਰਿਹਾ। ਤੇ ਜਾਂ ਡਾਕਟਰ ਜਤਿੰਦਰ ਜੀ ਨਾਲ ਫੋਨ ਕਰੋ, ਆ ਜਾਂਦੇ ਆ, ਬੰਦਾ ਭੇਜ ਦਿੰਦੇ ਨੇ, ਤੇ ਉਹ ਫਿਰ ਦਵਾਈ ਲੈ ਕੇ ਦੇ ਦਿੰਦੇ ਨੇ। ਬਾਕੀ ਹੋਰ ਕੋਈ ਨਹੀਂ, ਕੋਈ ਸਾਨੂੰ ਫੈਸਿਲਿਟੀ ਨਹੀਂ ਦੀ, ਸਿਰਫ ਹੁੰਦੀ ਹੈ ਇੱਕ ਜਿਹੜੀ ਹੁੰਦੀ ਡਾਕਟਰ ਸਾਹਿਬ ਦੀ ਹੈ। ਦੂਸਰੀ ਗੱਲ, ਜਿਹੜਾ ਮੇਨ ਪ੍ਰੋਬਲਮ ਤੁਹਾਨੂੰ ਮੈਂ ਮੇਨ ਪ੍ਰੋਬਲਮ ਤੇ ਬਿਆਨ, ਜਿਹੜਾ ਸਾਡਾ ਪਾਣੀ ਬਿਲਕੁਲ ਨਿੱਲ ਹੋ ਜਾਏਗਾ। 150 ਫੁੱਟ ਦੇ ਲੋਕੀ ਬੋਰ ਕਰਾ ਰਹੇ ਨੇ, ਆਪਣੇ ਕਰਜ਼ਾ ਲੈ ਕੇ ਜਾਂ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ, ਤੇ ਬੋਰ ਕਰਾ ਰਹੇ ਨੇ, ਡੀਪਲੀ ਬੋਰ ਕਰਾ ਰਹੇ ਨੇ, ਸਿਰਫ ਪਾਣੀ ਕਰਕੇ। 2-2 ਕਿੱਲੇ ਵਾਲੇ ਤੇ ਦੌੜ ਹੀ ਗਏ ਨੇ। ਕਿੰਨਾ ਕੁ ਪਾਣੀ ਇਹਨੂੰ ਜਿਹੜਾ ਚਾਹੀਦਾ ਹੁੰਦਾ ਵੈਸੇ? ਲੀਚੀ ਨੂੰ ਸਭ ਤੋਂ ਵੱਧ ਪਾਣੀ ਚਾਹੀਦਾ, ਤੀਸਰੇ ਦਿਨ ਪਾਣੀ ਚਾਹੀਦਾ, ਤੀਸਰੇ ਦਿਨ ਪਾਣੀ ਚਾਹੀਦਾ ਇਹਨਾਂ ਨੂੰ, ਤੀਜੇ ਦਿਨ ਪਾਣੀ ਲੱਗ ਜਾਏਗਾ। ਸਪਰੇਅ ਕੀਤੀ ਹੈ, ਨਾਲ ਪਾਣੀ ਦੇਣੇ ਪੈਣਾ, ਉਹ ਪਾਣੀ ਮਿਲਦਾ ਹੀ ਨਹੀਂ। ਕੀ ਉਹਦਾ ਨੁਕਸਾਨ ਕੀ ਹੈ ਜੀ? ਨੁਕਸਾਨ ਕੀ ਹੈ, ਜਦੋਂ ਲੀਚੀ ਪਾਣੀ ਨਹੀਂ ਮਿਲੇਗਾ, ਲੀਚੀ ਚੇਪੜ ਹੋ ਜਾਏਗੀ, ਫਟ ਜਾਏਗੀ, ਗਿਰ ਜਾਏਗੀ, ਉਹ ਸਾਰਾ ਨੁਕਸਾਨ ਹੀ ਨੁਕਸਾਨ ਹੈ। ਦੇਖਿਆ ਤੁਸੀਂ, ਇਹ ਲੀਚੀ ਬਾਗ ਦੇ ਜਿਹੜੇ ਮਾਲਿਕ ਹੈਗੇ ਨੇ, ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹਨਾਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਬਾਗਾਂ ਨੂੰ ਬਚਾ ਰਹੇ ਹਾਂ, ਰਵਾਇਤੀ ਫਸਲਾਂ ਨੂੰ ਛੱਡ ਕੇ ਇਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਦੂਸਰੀਆਂ ਫਸਲਾਂ ਵੱਲ ਜਿਹੜਾ ਉਹ ਜਾਣ, ਤਾਂ ਕਿ ਇਹ ਜਿਹੜੀਆਂ ਫਸਲਾਂ ਜਿਹੜੀਆਂ ਪ੍ਰਫੁੱਲਿਤ ਹੋ ਸਕਣ, ਬਾਗ ਜਿਹੜੇ ਆ ਉਹ ਪ੍ਰਫੁੱਲਿਤ ਹੋ ਸਕਣ। ਠੇਕੇਦਾਰ ਵੀ ਸਾਡੇ ਨਾਲ ਜੁੜੇ ਪਏ ਨੇ, ਗੱਲ ਕਰਦੇ ਹੈਗੇ ਆ। क्या नाम है जी आपका? मेरा नाम शहजाद है जी। शहजाद जी, क्या कहना चाहोगे, आपने ये बाग लिया ठेके पे, क्या फ़ायदा होगा इस बार? बस इस बार तो कोशिश पूरी है जी, देखो अगर कुछ फ़ायदा हो जाए, लेकिन इस बार लग नहीं रहा कि कुछ फ़ायदा हो जाएगा। क्या कारण क्या है? कारण ये है कि इसमें लीची में तीसरे दिन पानी चाहिए जी, फुल पानी की सबसे बड़ी प्रॉब्लम है यहाँ पर। लाइट नहीं आती, कई कई दिन हो जाते हैं, 8-8 दिन लाइट नहीं आती सर। बताओ फिर कैसे करेंगे? हम जनरेटर का तेल फूंकते हैं, उसमें करते हैं, किसी से उधार लेकर करते हैं, किसी से कुछ लेकर करते हैं। अब की फसल भी बहुत कम है,
सरकार तो कह रही है हम कम से कम 8 घंटे जो लाइट दे रहे हैं। फिलहाल कुछ नहीं आ रहा, फिलहाल 2 घंटे भी लगातार नहीं आ रही लाइट। तुम तो 8 घंटे की बात कर रहे हो, फिलहाल नहीं आ रही, कह रहे हैं लेकिन दे नहीं रहे। कितना समय हो गया ये लाइट आपको नहीं आ रही? मेरे को यहाँ 2 महीने हो गए मैं पढ़ा हूँ, जब लो तो कोर निकला था, जब से मैं यहाँ पर पढ़ा हूँ। लेकिन जब से कुछ कभी आ जाती है कभी नहीं आती, बस ऐसा ही है लाइट का हिसाब। जब ज़रूरत है जब नहीं आती, जब ज़रूरत नहीं है जब आए कर रहती है, कभी आ जाती है कभी नहीं आती है। सबसे बड़ी प्रॉब्लम लाइट की है। चारों तरफ देख रहे हो आप, अब भी जनरेटर चल रहे हैं। फसल की बात करें तो जो बूटा है इसका लीची का, कितनी एक उसके ऊपर फसल होगी इस बार, कितनी होगी और पिछली बार कितनी हुई थी? पिछली बार तो बहुत अच्छी फसल हुई थी, इसी बात नहीं, रेट भी अच्छा मिल गया था। लेकिन इस बार भुट्टो पे बहुत माल कम है, बहुत ज़्यादा कम है। 1-1 क्विंटल के भी पेड़े नहीं है। जो पिछले साल 2-2 क्विंटल के पेड़े थे उन पे 1 क्विंटल भी नहीं लग रहा है। किसी पर 80 किलो, किसी पर 70 किलो, किसी पर 50 किलो, तगड़े तगड़े पेड़े, लेकिन खाली खड़े हैं ये सब। बारिश की वजह से बारिश नहीं हो पा रही है बिल्कुल भी। हवा चलती है लेकिन बारिश नहीं हो रही है, गर्मी बहुत ज़्यादा बढ़ रही है। पिछले साल मैं इधर था, पिछले साल मैंने यहाँ पे इन दिनों मैंने रजाई ओढ़ी है जी। रात को रजाई में भी मेरे पैर नहीं लगे, इस कदर ठंड हो गई थी। लेकिन अब के बार तो बारिश ही नहीं हो रही है और कुछ बिजली की प्रॉब्लम चल रही है बहुत ज़्यादा। रेट क्या मिलेगा आपको? पिछली बार क्या रेट था, इस बार क्या हो सकता है? पिछली बार देखो सही रेट था, 100-120 का, 150 बिकी है पिछले साल लीची। लेकिन हमारे पास फसल भी अच्छी होती है, लेकिन हम देखभाल पूरी करते हैं। लेकिन इस बार तो कुछ भी नहीं हो रहा है। वो जो पिछले साल हो रहा था वो इस साल कुछ नहीं हो रहा है। ना पानी सिर मिल रहा है, और जी दवाई बहुत महंगी हो गई। अभी पीछे से 1 लाख रुपए की दवाई लगाई थी लाकर, और अभी और लाएंगे दवाई। लोकल दवाई नहीं मिलती यहाँ से? जी नहीं, तो कहाँ से लाते हो दवाई आप? भाई यहीं से लाते हैं, पठानकोट से थोड़ी बहुत जो लाते हैं, कुछ अपने यूपी से लाते हैं, इनके लिए करते हैं कुछ, वहाँ पे जाके लाते हैं। लेकिन कुछ नहीं हो रहा है, कोई फ़ायदा नहीं हो रहा लग रहा है जी। अब क्या कुछ फ़ायदा हो जाएगा? अब क्या तो नुकसान में दिख रहा है जी बहुत ज़्यादा। आप तो रोजाना काम करते हो, जी। कितना टेम्परेचर इसको चाहिए होता कि ये फसल इसकी अच्छी हो सकती है? बस फसल जो है जिसकी तो पिछले साल बिल्कुल सही रहा है हिसाब। लेकिन अब के बार तो बहुत ज़्यादा दिक्कत बन रही है हमें, बहुत ज़्यादा जो है, क्योंकि अब के ठंड थी, इन दिनों लाइट नहीं आ रही। इन्हें 24 घंटे इनमें गिल्ला चाहिए जी, पानी चाहिए इनमें। तीसरे दिन सब बेदे पे धोले हो जहाँ पेड्डे, रेतली मट्टी है, पी जाती है पानी, फिर तीसरे दिन पानी चाहिए इन्हें। लेकिन वो मिल नहीं रहा अब के तो हफ्ते हफ्ते लग गए हैं जी पानी आने में। सारे पेड्डे, 1-2 पेड्डा तो हमारे बगीचे में सूख भी गया है। इस कदर नुकसान हो रहा है। अगर ऐसे ही चलता रहा तो अब की फसल भी फूलेगी नहीं। छोटी छोटी लीची हो रही है, पिछले साल ऐसी हो गई थी, अब के बहुत डाउन चल रहा। अगर आपको नुकसान होता है तो कोई किसी सरकार की तरफ से कहें या जो बाग वाले हैं इनकी तरफ से कोई मदद मिलती है आपको? नहीं सर, कोई मदद नहीं मिलती। बाग मालिक भी एक बार कह देता है, बस शुरू में जो उसकी मर्जी है कुछ छोड़ता है, लेकिन वे कुछ नहीं छोड़ दे। ना सरकार की तरफ से कोई मदद होती। इसकी इंश्योरेंस होती है जो बाग की? होती है लेकिन हमारे यहाँ कोई नहीं होती, ना कोई यहाँ पे कोई आता हमारे बगीचे में। अगर मैं इंश्योरेंस के लिए करवा लूँ, तुम कोई नहीं आता जी हमारे पास, कहते समय लेकिन आते नहीं है। सरकार भी कहती है लेकिन कुछ नहीं होता है हमारे पास, कोई नहीं आता। जैसे अभी गर्मी ज़्यादा पड़ रही है, लीची को इसका क्या नुकसान है? लीची को नुकसान है जी, ये अभी धूप में रंग लाल हो गई, अभी टाइम नहीं है इसका पिछले साल। लेकिन अब के तो ये धूप में ख़राब हो गई, तो ऊपर से धूप है और नीचे जड़ों में पानी नहीं लग रहा, पेड़ों की लाइट नहीं आ रही जी। इसकी वजह से बहुत नुकसान बन रहा है जी, ऊपर से भी गर्मी नीचे से भी गर्मी। क्या अपील क्या करोगे पंजाब सरकार को, क्या अपील करोगे? बस पंजाब सरकार से हम तो ये अपील करें जी, बस लाइट ठीक से आवे, लाइट ठीक से आवे। दवाई जो रेट बढ़ गई है बहुत ज़्यादा, वे थोड़े डाउन हो जाए जी। थोड़ी महंगाई भी इतनी हो गई है जी, और फसल बहुत कम लग रही है जी। अब फसल नहीं है पेड़ों पर, खाली पड़े हैं पेड़े बिल्कुल। पेड़ों को देख देख के गुस्सा आता है बाजी फिर। कोई जब माल ही नहीं है पेड़े पे, कई लाख रुपए के बगीचे ले रखे हैं जी, बहुत नुकसान बैठ जाएगा। लीची ਦੀ ਪ੍ਰੋਬਲਮ ਇਸ ਵਾਰੀ ਤਾਂ ਜਿਹੜੀ ਆਈ ਆ, ਅੱਗੇ ਵੀ ਬਹੁਤ ਪ੍ਰੋਬਲਮ ਆਈਆਂ ਨੇ। ਕਰੋਨਾ ਕਾਲ 'ਚ ਵੀ ਆਈਆਂ, ਲਾਕਡਾਊਨ 'ਚ ਵੀ ਆਈਆਂ, ਬਹੁਤ ਪ੍ਰੋਬਲਮ ਆਈਆਂ। ਜ਼ਿਮੀਂਦਾਰਾਂ ਦਾ ਤਾਂ ਕੰਮ ਹੀ ਫਰੂਟ 'ਤੇ ਹੁੰਦਾ, ਕਈਆਂ ਦਾ ਵੀ ਸਾਰੀ ਲੀਚੀ ਲਾ ਕੱਢੀ ਹੈ ਜੀ। ਅਤੇ ਅਗਲੀ ਵਾਰੀ ਬਰਸਾਤ ਸਿਆਲ ਨੂੰ ਲਾਸਟ ਫਰਵਰੀ 'ਚ ਵਰਖਾ ਵੱਧ ਪੈ ਗਈ ਹੈ, ਉਹਦੇ ਬਾਅਦ 'ਚ ਟੈਂਪਰੇਚਰ ਜ਼ਿਆਦਾ ਹੋ ਗਿਆ, ਅਤੇ ਜਿਹੜੀ ਬਾਗਾਂ 'ਚ ਖਾਦਾਂ ਖੁੱਦਾਂ ਪਾਈਆਂ, ਵਰਖਾ ਜ਼ਿਆਦਾ ਲੱਗਣ ਨਾਲ ਬਾਗ ਭੰਗਾਰੇ ਖਾ ਗਏ ਸਾਰੇ। ਕੋਈ ਦੇਖੋ ਇਹਨਾਂ ਨੂੰ ਕੋਈ ਲੀਚੀ ਲੂਚੀ ਫਲ ਨਹੀਂ ਲੱਗਾ ਇਹਨਾਂ ਬੂਟਿਆਂ ਨੂੰ। ਮਿਹਨਤ ਤਾਂ ਅਸੀਂ ਇੱਕ ਬੂਟੇ 'ਤੇ ਮਿਹਨਤ ਕਰਨੇ ਆ, ਅਸੀਂ 600-700 ਰੁਪਈਆ ਖਰਚ ਦਿੰਦੇ ਹਾਂ ਸਾਲ ਦਾ ਜੀ, ਠੀਕ ਹੈ ਜੀ। ਅਤੇ ਹੁਣ ਜ਼ਿਮੀਂਦਾਰਾਂ ਨੂੰ ਕੁਛ ਵੀ ਨਹੀਂ ਲੱਭਦਾ ਪਿਆ ਇੱਥੇ, ਨਾ ਕੋਈ ਪੰਜਾਬ ਸਰਕਾਰ ਇਹਦੇ ਬਾਰੇ ਸੋਚਦੀ ਹੈ, ਨਾ ਕੋਈ ਸੈਂਟਰ ਸਰਕਾਰ ਇਹਦੇ ਬਾਰੇ ਸੋਚਦੀ ਹੈ। ਬਾਕੀ ਸਰਕਾਰਾਂ ਨੂੰ ਪੰਜਾਬ 'ਚ ਨਰਮੇ ਦਾ ਨੁਕਸਾਨ ਹੁੰਦਾ, ਕਿਸਾਨਾਂ ਨੂੰ 3 ਜਾਂ 4 ਵਾਰੀ ਨਰਮੇ ਦਾ ਨੁਕਸਾਨ ਮਿਲਦਾ, ਇੱਧਰ ਕੋਈ ਨੁਕਸਾਨ ਹੀ ਨਹੀਂ ਮਿਲਿਆ ਅਜੇ ਤੱਕ ਪਠਾਨਕੋਟ 'ਚ। ਕੀ ਲੱਗਦਾ ਕਿੱਡਾ ਕੁ ਵੱਡਾ ਨੁਕਸਾਨ ਹੋਣ ਦੇ ਚਾਂਸ ਇਸ ਇਹ ਨੁਕਸਾਨ ਜੀ ਜਿਹੜੇ ਹਰ ਕਿਸਾਨ ਨੂੰ ਘੱਟੋ ਘੱਟ ਵੀ 20% ਫਰੂਟ ਹੈ ਜੀ ਇਹ। ਉਹ ਲੇਬਰ ਤੋੜੇਗੀ ਤਾਂ ਉਹਨੂੰ ਵੀ ਖਰਚਾ ਦੇਣਾ ਹੈ, ਉਹਨਾਂ ਨੂੰ ਰੋਟੀ ਪਾਣੀ ਵੀ ਦੇਣਾ ਉਹਨਾਂ ਨੂੰ,
ਤੇ ਕਿਸਾਨ ਨੂੰ ਕੀ ਬਚਣਾ, 5 ਪੈਸੇ ਨਹੀਂ ਬਚਣੇ ਅਗਲੀ ਵਾਰੀ। ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਕਿਸਾਨ ਆਪਣੇ ਬੱਚਿਆਂ ਦੀ ਫੀਸਾਂ ਕਿੱਥੋਂ ਦੇਣਗੇ? ਠੀਕ ਹੈ ਜੀ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਕਿਸਾਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਲੀਚੀ ਦੇ ਜਿਹੜੇ ਜਿੰਨੇ ਬਾਗਬਾਨ ਨੇ ਇਹਨਾਂ ਦੇ ਬਾਰੇ ਵੀ ਕੁਝ ਚੰਗਾ ਸੋਚਿਆ ਜਾਵੇ, ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ। ਇੱਕ ਸਟੇਟ 'ਚ ਦੋ ਉਹ ਆਪਣਾ ਦੋਨਾਂ ਨਾਲ ਲੀਚੀ ਵਾਲੇ ਨਾਲ ਤੇ ਨਰਮੇ ਨਾਲ ਵੀ ਬਰਾਬਰ ਦਾ ਵਿਵਹਾਰ ਹੋਣਾ ਚਾਹੀਦਾ ਨਾ। ਠੀਕ ਹੈ ਨਾ। ਪਿਛਲੀ ਸਰਕਾਰ ਬਾਦਲ ਸਾਹਿਬ ਨੇ ਕਿੰਨੇ ਪੈਸੇ ਦੇ ਦਿੱਤੇ ਉੱਧਰ। ਅਸੀਂ ਜਿੱਦਾਂ ਲਾਕਡਾਊਨ ਲੱਗਾ, ਪਹਿਲੇ ਕਰੋਨਾ ਕਾਲ ਆਇਆ, ਬਾਗ ਵੇਚੇ ਹੀ 2-2 ਲੱਖ ਰੁਪਇਆ ਸਾਨੂੰ ਦਿੱਤੇ ਸੀ, ਬਾਅਦ 'ਚੋਂ ਬਾਗ ਵਪਾਰੀ ਛੱਡ ਕੇ ਨੱਠ ਗਏ ਜੀ। ਜਿਹੜਾ 35 ਲੱਖ ਦਾ ਬਾਗ ਵੇਚਿਆ ਜ਼ਿਮੀਂਦਾਰਾਂ ਨੇ ਆਪੇ ਤੋੜਿਆ, ਤੋੜਾ ਉਹਨੂੰ ਵਿਚਾਰਿਆਂ ਨੂੰ 10 ਲੱਖ ਵੀ ਨਹੀਂ ਮਿਲਿਆ। ਲੀਚੀ ਤੇ ਸਿਰਫ 15-20% ਰਹਿ ਗਈ ਇਸ ਵਾਰ। ਉਹਦਾ ਕਾਰਨ ਹੋਇਆ ਕਿ 10 ਮਾਰਚ ਤੱਕ ਬਹੁਤ ਜ਼ਿਆਦਾ ਠੰਡੀ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਅਤੇ ਉਹ 7 ਦਿਨ ਦੇ ਬਾਅਦ 17-18 ਮਾਰਚ ਨੂੰ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਹੋ ਗਿਆ। ਅਤੇ ਉਹ ਜਿਹੜਾ ਲੀਚੀ ਸਾਡਾ ਪ੍ਰੋਸੈਸ ਹੁੰਦਾ ਫਰੂਟ ਦਾ, ਫੁੱਲ ਤੋਂ ਦਾਣਾ ਬਣਦਾ, ਉਹ 1 ਮਹੀਨੇ ਦਾ ਪੀਰੀਅਡ ਹੁੰਦਾ। ਇਸ ਵਾਰ 7 ਦਿਨ ਦਾ ਟਾਈਮ ਮਿਲਿਆ, ਉਹਦੇ ਕਾਰਨ ਫਰੂਟ ਡਿਵੈਲਪ ਹੀ ਨਹੀਂ ਹੋਇਆ ਜਾਂ ਪੌਂਕਰੀ ਨਹੀਂ ਪਈ, ਉਹਦੇ ਕਾਰਨ ਲੀਚੀ ਖਰਾਬ ਹੋ ਗਈ ਹੈ। ਕਿੰਨੀ ਫਸਲ ਤੁਸੀਂ ਬੀਜੀ ਹੋਈ ਸੀ? ਕਿੰਨੇ ਕਿੱਲੇ ਬੀਜੀ? ਮੇਰੇ ਤੋਂ 70 ਕਿੱਲੇ ਹੈ। ਆਲਮੋਸਟ ਪੂਰੇ ਪਠਾਨਕੋਟ ਏਰੀਆ, ਗੁਰਦਾਸਪੁਰ ਏਰੀਆ, ਹੁਸ਼ਿਆਰਪੁਰ ਏਰੀਆ ਸਾਰੇ ਹੀ ਲੀਚੀ ਖਰਾਬ ਹੈ, ਕਿਤੇ ਵੀ ਨਹੀਂ ਲੀਚੀ। ਹਿਮਾਚਲ ਵੀ ਨਹੀਂ ਹੈਗੀ। ਸਰਕਾਰਾਂ ਨੂੰ ਕੋਈ ਕੀਤੀ ਅਪੀਲ ਕੀਤੀ ਹੈ, ਮੰਗ ਕੀਤੀ? ਅਸੀਂ ਪਰਸੋਂ ਜਿਹੜੇ ਆਪਣੇ ਸਾਡੇ ਫੋਰੈਸਟ ਮਿਨਿਸਟਰ ਅਤੇ ਸਿਵਲ ਸਪਲਾਈ ਦੇ ਲਾਲ ਚੰਦ ਕਟਾਰੂ ਚੱਕ ਜੀ ਹੈ, ਉਹਨਾਂ ਨੂੰ ਆਪਾਂ ਇੱਕ ਮੀਟਿੰਗ ਵੀ ਕੀਤੀ ਲੀਚੀ ਸਟੇਟ ਦੇ ਵਿੱਚ। ਅਤੇ ਮੈਂ ਇੱਕ ਫੰਕਸ਼ਨ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਬੁਲਾਇਆ ਸੀ, ਅਤੇ ਉਹਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਲੀਚੀ ਦਾ ਸਾਡਾ ਕੁਝ ਸੋਚੋ ਅਤੇ ਸਾਨੂੰ ਇੰਸ਼ੋਰੈਂਸ ਕਰੋ, ਜਿਹੜੀ ਬੇਸਿਕਲੀ ਸੈਂਟਰ ਕਰਦੀ ਹੈ। ਮੈਂ ਆਲਮੋਸਟ 1 ਲੱਖ ਰੁਪਏ ਦੀ ਇੰਸ਼ੋਰੈਂਸ ਕਰਦੀ ਸੈਂਟਰ, ਅਤੇ 3000 ਰੁਪਇਆ ਸੈਂਟਰ ਪੇ ਕਰਦਾ, 2000 ਸਾਨੂੰ ਕਿਸਾਨਾਂ ਨੂੰ ਦੇਣੇ ਪੈਂਦਾ ਹੈ ਕਿ ਕਿਸਾਨਾਂ ਦਾ ਹੱਕ ਨਹੀਂ ਸੋਚਦੇ। ਅਗਰ ਸਾਡੀ ਉਹ ਇੰਸ਼ੋਰੈਂਸ 1 ਲੱਖ ਰੁਪਏ ਦੀ ਹੋਈ ਹੁੰਦੀ 1 ਏਕੜ ਦੀ, ਅਤੇ ਸਾਨੂੰ ਕੋਈ ਨੁਕਸਾਨ ਹੀ ਨਹੀਂ ਹੈਗਾ। ਅਤੇ ਅਸੀਂ ਹੁਣ ਆਪ ਦੀ ਸਰਕਾਰ ਆਈ ਹੈ, ਇਹਨਾਂ ਨੂੰ ਡਿਮਾਂਡ ਕਰਦੇ ਹਾਂ ਕਿ ਤੁਸੀਂ ਕੁਝ ਸੋਚ ਲਓ, ਕਿਸਾਨਾਂ ਲਈ ਸੋਚੋ, ਕੋਈ ਵੋਟ ਲਈ ਨਾ ਸੋਚੋ। ਸਰਕਾਰਾਂ ਕਹਿੰਦੀਆਂ ਕਿ ਅਸੀਂ ਮਦਦ ਕਰਦੇ ਹਾਂ। ਇਸ ਵਾਰ ਮੌਸਮ ਦੀ ਤਬਦੀਲੀ ਕਰਕੇ ਅਸੀਂ ਕਹੀਏ ਜਿਹੜੀ ਕਿ 45 ਤੋਂ 47 ਡਿਗਰੀ ਜਿਹੜਾ ਟੈਂਪਰੇਚਰ ਜਿਹੜਾ ਉਹ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਾ ਰਿਹਾ ਹੈਗਾ। ਲੀਚੀ ਜ਼ੋਨ ਇਸ ਨੂੰ ਕਿਹਾ ਜਾਂਦਾ ਹੈ, ਔਰ ਇੱਥੇ ਦੀ ਲੀਚੀ ਜਿਹੜੀ ਹੈਗੀ ਆ ਉਹ ਬਾਹਰ ਦੇ ਦੇਸ਼ਾਂ ਨੂੰ ਵੀ ਜਿਹੜੀ ਹੈ ਭੇਜੀ ਜਾਂਦੀ ਹੈ। ਲੇਕਿਨ ਜਿਹੜਾ ਤਾਪਮਾਨ ਜਿਹੜਾ ਜ਼ਿਆਦਾ ਹੋਣ ਦੇ ਚਲਦੇ, ਬਿਜਲੀ ਨਾ ਆਉਣ ਦੇ ਚਲਦੇ, ਦਵਾਈਆਂ ਪੂਰੀਆਂ ਇੱਥੇ ਨਾ ਮਿਲਣ ਦੇ ਚਲਦੇ, ਹੋਰ ਵੀ ਕਈ ਮੁਸ਼ਕਲਾਂ ਜਿਹੜੀਆਂ ਬਾਗਬਾਨਾਂ ਨੂੰ ਕਹੀਏ ਜਾਂ ਜਿਹੜੇ ਠੇਕੇਦਾਰ ਇਹਨਾਂ ਦਾ ਰੱਖ ਰਖਾਵ ਕਰਦੇ ਹੈਗੇ ਨੇ, ਉਹਨਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲ ਰਹੀ। ਔਰ ਇਸ ਵਾਰ ਜਿਹੜੀ ਹੈ ਲੀਚੀ ਦੀ ਪੈਦਾਵਾਰ ਵੀ ਜਿਹੜੀ ਘੱਟ ਦੱਸੀ ਜਾ ਰਹੀ ਹੈ। ਪਿਛਲੇ ਸਾਲ ਕਾਫੀ ਪੈਦਾਵਾਰ ਹੋਈ ਸੀ ਔਰ ਇਹਨਾਂ ਨੂੰ ਉਸ ਦਾ ਫਾਇਦਾ ਵੀ ਮਿਲਿਆ ਸੀਗਾ, ਲੇਕਿਨ ਇਸ ਵਾਰ ਪੈਦਾਵਾਰ ਜਿਹੜੀ ਘੱਟ ਹੋਣ ਦੇ ਚਲਦੇ ਹੋ ਸਕਦਾ ਇਹਨਾਂ ਨੂੰ ਨੁਕਸਾਨ ਹੋਵੇ। ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਬਾਗਬਾਨਾਂ ਦੀ ਕਹੀਏ, ਕਿਸਾਨਾਂ ਦੀ ਕਹੀਏ, ਮਦਦ ਕਰਦੇ ਪਏ ਹਾਂ, ਲੇਕਿਨ ਇੱਥੇ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਹਵਾ ਨਿਕਲਦੀ ਸਾਫ਼ ਦੇਖੀ ਜਾ ਸਕਦੀ ਹੈ। ਪਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ, ਫਾਸਟ ਵੇ ਨਿਊਜ਼।